ਵਾਹਿਗੁਰੂ 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 ਵਾਹਿਗੁਰੂ। ਹੁਣ ਸਭ ਤੋਂ ਪਹਿਲਾਂ ਬ੍ਰਾਹਮਣ ਦੀ ਗੱਲ ਕੀਤੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਜੇ ਕੋਈ ਆਖੇ ਕਿ ਮੈਂ ਜਾਤ ਦਾ ਬ੍ਰਾਹਮਣ ਆ, ਮੇਰੀ ਜਾਤ ਉੱਚੀ ਹੈ, ਮੇਰੀ ਕੁੱਲ ਉੱਚੀ ਹੈ ਤੇ ਮੈਂ ਬ੍ਰਾਹਮਣ ਹਾਂ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਅਹੰਕਾਰ ਨਾ ਕਰ ਕਿ ਮੇਰੀ ਕੁੱਲ ਉੱਚੀ ਹੈ, ਮੈਨੂੰ ਜਨਮ ਦੇਣ ਵਾਲੀ ਜਿਹੜੀ ਮਾਂ ਹੈ ਉਹ ਬ੍ਰਾਹਮਣੀ ਹੈ। ਨਹੀਂ, ਇੱਥੇ ਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਛਾਣ ਲਿਆ, ਅਸਲ ਵਿੱਚ ਉਹਦੀ ਕੁੱਲ ਉੱਚੀ ਹੈ, ਉਹਦਾ ਜੀਵਨ ਉੱਚਾ ਹੈ, ਬਾਕੀ ਸਭ ਇਸ ਧਰਤੀ ਦੇ ਉੱਤੇ ਕੀੜਿਆਂ ਮਕੌੜਿਆਂ ਦੀ ਨਿਆਈ ਹੈ। ਕਿਉਂਕਿ ਜਦੋਂ ਵੀ ਅਸੀਂ ਪੁਰਾਤਨੇ ਇਤਿਹਾਸ ਨੂੰ ਪੜ੍ਹਦੇ ਹਨ, ਗ੍ਰੰਥਾਂ ਨੂੰ ਵਾਚਦੇ ਹਾਂ, ਉਹਨਾਂ ਵਿੱਚ ਜਿੰਨੇ ਵੀ ਰਿਸ਼ੀ ਮੁਨੀ ਹੋਏ ਨੇ, ਜਿੰਨੇ ਵੀ ਪੀਰ ਪਕੰਬਰ ਹੋਏ ਨੇ, ਜਿੰਨੇ ਵੀ ਇਸ ਧਰਤੀ ਦੇ ਉੱਤੇ ਪ੍ਰਮਾਤਮਾ ਦੇ ਅਵਤਾਰ ਕਹਿਲਾਏ ਨੇ, ਲਗਭਗ ਸਾਰੇ ਨੀਵੀਆਂ ਜਾਤਾਂ ਦੇ ਵਿੱਚੋਂ ਉੱਠ ਕੇ, ਭਾਵ ਜਿਨ੍ਹਾਂ ਦਾ ਜਨਮ ਇਸ ਧਰਤੀ ਦੇ ਉੱਤੇ ਨੀਵੀਆਂ ਜਾਤਾਂ ਸਮਝਣ ਵਾਲਿਆਂ ਦੇ ਵਿੱਚ ਆਇਆ ਜਾਂਦਾ ਸੀ ਨਾ, ਕਿ ਇਹ ਸ਼ੂਦਰ ਨੇ, ਜਾਂ ਕਹਿ ਲਓ ਕਿ ਇਹਨਾਂ ਦੀ ਜਾਤ ਮਾੜੀ ਹੈ। ਜਾਤ ਮਾੜੀ ਕਰਕੇ ਜਿਨ੍ਹਾਂ ਨੂੰ ਨਿਵਾਜਿਆ ਜਾਂਦਾ ਸੀ, ਭਾਈ ਦੁਰਕਾਰਿਆ ਜਾਂਦਾ ਸੀ, ਉਹਨਾਂ ਨੂੰ ਸਤਿਗੁਰੂ ਨੇ ਨਿਵਾਜਿਆ। ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਖ ਰਹੇ ਨੇ ਕਿ ਭਲਿਓ, ਜੇ ਕੋਈ ਆਖੇ ਕਿ ਮੈਂ ਬ੍ਰਾਹਮਣ ਵਾਂ, ਤੇ ਆਓ ਮੈਂ ਤੁਹਾਨੂੰ ਸਮਝਾਉਣਾ ਕਿ ਅਸਲ ਵਿੱਚ ਬ੍ਰਾਹਮਣ ਕੌਣ ਹੈ, ਜਿਹਨੇ ਬ੍ਰਹਮ ਨੂੰ ਬਿੰਦ ਲਿਆ, ਭਾਵ ਹਿਰਦੇ ਵਿੱਚ ਵਸਾ ਲਿਆ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਉਹੀ ਅਸਲੀ ਬ੍ਰਾਹਮਣ ਵਾ ਜਿਹਨੇ ਬ੍ਰਹਮ ਨੂੰ ਜਾਣ ਲਿਆ, ਜਿਹਨੇ ਬ੍ਰਹਮ ਦੀ ਪਛਾਣ ਕਰ ਲਈ, ਭਾਵ ਜਿਹਨੇ ਪ੍ਰਮਾਤਮਾ ਨੂੰ ਪਛਾਣ ਲਿਆ। ਤੇ ਪਛਾਣਿਆ ਕਿਸ ਤਰ੍ਹਾਂ? ਏਕ ਸ਼ਬਦ ਲਿਵ ਲਾਏ, ਜਿਹਨੇ ਸ਼ਬਦ ਵਿੱਚ ਆਪਣੀ ਲਿਵ ਜੋੜ ਲਈ, ਇੱਕ ਸ਼ਬਦ ਨੂੰ ਮੰਨ ਲਿਆ। ਨਾਲ ਹੀ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਜਿਹਨੇ ਭਾਈ ਹਰੀ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਨਾ, ਅਸੀਂ ਲੈਣ ਵਾਸਤੇ ਆਉਂਦੇ ਹਾਂ ਕੋਈ ਇੱਕ ਪਦਾਰਥ, ਕੋਈ ਦੋ ਪਦਾਰਥਾਂ ਦਾ ਚਾਹਵਾਨ ਹੁੰਦਾ, ਕੋਈ 4 ਪਦਾਰਥਾਂ ਦਾ ਚਾਹਵਾਨ ਹੁੰਦਾ, ਤੇ ਉਨੀ ਕੀ ਅਰਦਾਸ ਕਰਕੇ ਚਲੇ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਭਲਿਆ ਜਿਹਦੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਨਾ, ਕੇਵਲ ਪਦਾਰਥ ਹੀ ਨਹੀਂ, 9 ਨਿਧੀਆਂ ਤੇ 18 ਸਿੱਧੀਆਂ ਉਹਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ, ਭਾਵ ਉਹਨੂੰ ਸਭ ਕੁਝ ਹੀ ਹਾਸਲ ਹੋ ਜਾਂਦਾ। ਉਹ ਫਿਰ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ ਨਾ, ਉਸ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਨਹੀਂ, ਉਹ ਫਿਰ ਉਪਰਾਮ ਹੋ ਜਾਂਦਾ, ਸਦਾ ਉਹ ਆਪਣੇ ਹਿਰਦੇ ਘਰ ਵਿੱਚ ਨਾਮ ਨੂੰ ਵਸਾਉਂਦਾ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਬਿਨ ਸਤਿਗੁਰੂ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਧਿਆਨ ਨਾਲ ਪਹਿਲੀ ਪੰਕਤੀ ਬ੍ਰਾਹਮਣ ਦੀ ਗੱਲ ਕੀਤੀ ਹੈ ਕਿ ਭਾਈ ਜੇ ਤੂੰ ਬ੍ਰਾਹਮਣ ਅਖਵਾਉਣਾ ਚਾਹੁੰਦਾ ਨਾ ਕਿ ਮੈਂ ਬ੍ਰਾਹਮਣ ਹਾਂ, ਤੇ ਫਿਰ ਤੇਰੇ ਹਿਰਦੇ ਘਰ ਵਿੱਚ ਬ੍ਰਹਮ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ, ਭਾਵ ਤੇਰੇ ਅੰਦਰ ਬ੍ਰਹਮ ਵਸਿਆ ਹੋਣਾ ਚਾਹੀਦਾ। ਤੂੰ ਬ੍ਰਹਮ ਨੂੰ ਜਾਣ ਲਿਆ ਹੋਵੇ ਤੇ ਤੂੰ ਬ੍ਰਾਹਮਣ ਹੈ, ਤੇ ਇਹ ਮਿਲੇਗਾ ਤਾਂ ਇੱਕ ਸ਼ਬਦ। ਦੂਜੀ ਗੱਲ ਪਰਮਾਤਮਾ ਦੇ ਨਾਮ ਦੀ, ਕਿ ਭਾਈ ਜੇ ਤੂੰ ਆਖੇ ਕਿ ਇਹ 9 ਨਿਧੀਆਂ ਤੇ 18 ਸਿੱਧੀਆਂ ਨਹੀਂ ਮਿਲਦੀਆਂ, ਤੇ ਇਹ ਮਿਲਣਗੀਆਂ ਤਾਂ ਜੇ ਤੇਰੇ ਹਿਰਦੇ ਘਰ ਵਿੱਚ ਨਾਮ ਵਸੇਗਾ। ਹੁਣ ਤੀਜੀ ਗੱਲ ਕੀਤੀ ਹੈ ਕਿ ਭਾਈ ਇਹ ਨਾਮ ਕਿੱਥੋਂ ਪ੍ਰਾਪਤ ਹੋਵੇਗਾ। ਪਹਿਲੀ ਸ਼ਬਦ ਦੀ ਗੱਲ ਕੀਤੀ ਹੈ, ਦੂਜੇ ਨਾਮ ਦੀ ਗੱਲ ਕੀਤੀ ਹੈ, ਹੁਣ ਗੱਲ ਕੀਤੀ ਹੈ ਕਿ ਇਹ ਪ੍ਰਾਪਤ ਕਿੱਥੋਂ ਹੋਵੇਗਾ। ਤੇ ਸਤਿਗੁਰੂ ਜੀ ਆਖ ਰਹੇ ਨੇ, ਬਿਨ ਸਤਿਗੁਰ ਨਾਉ ਨਾ ਪਾਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਪੁੱਛਿਆ ਕਿ ਇਹ ਬਾਲਕ, ਤੇਰੀ ਉਮਰ ਬਹੁਤ ਛੋਟੀ ਹੈ, ਅਸੀਂ ਆ ਪਹਾੜਾਂ ਦੇ ਉੱਤੇ
ਜਿੱਥੇ ਅਸੀਂ ਗੁਫਾਵਾਂ ਦੇ ਵਿੱਚ ਬੈਠੇ ਆਣ ਕੇ ਤਾਂ ਚੜ੍ਹ ਕੇ। ਤੇਰੀ ਉਮਰ ਬੜੀ ਛੋਟੀ ਹੈ, ਇੱਥੇ ਆਉਣ ਲੱਗਿਆਂ ਕਈ ਵਰ੍ਹੇ ਲੰਘ ਜਾਂਦੇ ਨੇ, ਤੇ ਤੂੰ ਕਿਸ ਤਰ੍ਹਾਂ ਆਇਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਵਾਬ ਦਿੱਤਾ। ਫਿਰ ਨਾਲ ਹੀ ਪੁੱਛਿਆ ਕਿ ਜੇ ਤੂੰ ਆਈ ਗਿਆ, ਤੇਰੇ ਅੰਦਰ ਇੰਨੀ ਸ਼ਕਤੀ ਦੇਣ ਵਾਲਾ ਤੇਰਾ ਗੁਰੂ ਕੌਣ ਹੈ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ, ਮੇਰਾ ਗੁਰੂ ਹੈ ਸ਼ਬਦ। ਤੇ ਇਹ ਨਹੀਂ ਆਖਿਆ ਕਿ ਮੈਂ ਚੇਲਾ ਉਹਦਾ, ਇਹ ਆਖਿਆ ਕਿ ਮੇਰੀ ਸੁਰਤ ਜਿਹੜੀ ਹੈ, ਕਿਉਂਕਿ ਅਸੀਂ ਚੇਲਾ ਬਣਾਉਣਾ ਚਾਹੁੰਦੇ ਹਾਂ, ਆਪਣੇ ਆਪ ਨੂੰ ਆਖਦੇ ਹਾਂ ਨਾ ਕਿ ਮੈਂ ਭਈ ਗੁਰੂ ਨਾਨਕ ਦਾ ਚੇਲਾ, ਮੈਂ ਤੇ ਗੁਰਦੁਆਰੇ ਜਾਂਦਾ। ਜੇ ਕੋਈ ਸਾਧ ਪਖੰਡੀ ਦੇ ਡੇਰੇ ਤੇ ਜਾਂਦਾ ਤੇ ਫਿਰ ਉਹਦਾ ਨਾਮ ਵਡਿਆ ਕੇ ਆਖਦਾ ਕਿ ਫਲਾਣੇ ਦਾ ਚੇਲਾ ਭਈ ਮੈਂ ਤੇ ਉਹਦੇ ਕੋਲ ਇੰਨੇ ਵਰ੍ਹੇ ਹੋ ਗਏ ਜਾਂਦਿਆਂ ਨੂੰ, ਮੇਰੇ ਦਾਦੇ ਪੜਦਾਦੇ ਜਾਂਦੇ ਸੀ। ਤੇ ਗੁਰੂ ਸਾਹਿਬ ਨੇ ਇਹ ਨਹੀਂ ਆਖਿਆ ਕਿ ਮੈਂ ਚੇਲਾ, ਗੁਰੂ ਸ਼ਬਦ ਮੰਨਿਆ ਤੇ ਨਾਲ ਇਹ ਨਹੀਂ ਆਖਿਆ ਕਿ ਮੈਂ ਚੇਲਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜਿਹੜੀ ਮੇਰੀ ਸੁਰਤ ਹੈ ਇਸ ਸ਼ਬਦ ਦੀ ਚੇਲਾ। ਕਿਉਂਕਿ ਸਾਡੀ ਸੁਰਤ ਜਦੋਂ ਵੀ ਅਸੀਂ ਗੁਰੂ ਘਰ ਵਿੱਚ ਆਉਂਦੇ ਆ ਨਾ, ਲਗਭਗ ਸਾਡੀ ਸੁਰਤ ਸਾਡੇ ਰੁਝੇਵਿਆਂ ਵਿੱਚ ਖੁੱਭੀ ਹੁੰਦੀ ਹੈ, ਸਾਡੇ ਕੰਮਾਂ ਕਾਰਾਂ ਵਿੱਚ ਖੁੱਭੀ ਹੁੰਦੀ ਹੈ। ਪਰ ਗੁਰੂ ਸਾਹਿਬ ਆਖ ਰਹੇ ਨੇ ਕਿ ਭਾਈ ਜੇ ਚੇਲਾ ਬਣਾਉਣਾ ਹੈ ਤੇ ਫਿਰ ਸੁਰਤ ਨੂੰ ਬਣਾ। ਜੇ ਸਰੀਰ ਨੂੰ ਚੇਲਾ ਬਣਾਏਗਾ ਸੁਰਤ ਭੱਜੇਗੀ, ਸੁਰਤ ਭੱਜੇਗੀ, ਨਾਮ ਵਿੱਚ ਟਿਕੇਗੀ ਨਹੀਂ, ਤੇ ਫਿਰ ਉਹ ਅਵਸਥਾ ਪ੍ਰਾਪਤ ਨਹੀਂ ਹੋਣੀ ਜਿਸ ਅਵਸਥਾ ਦੇ ਨਾਲ ਸਾਰੇ ਖਜ਼ਾਨੇ ਹਾਸਲ ਹੋ ਜਾਣੇ ਨੇ। ਹੁਣ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਪਹਿਲਾ ਤੇ ਸ਼ਬਦ ਵਿੱਚ ਲਿਵ ਲਾਉਣੀ ਹੈ, ਦੂਜਾ ਨਾਮ ਜਪਣਾ ਹੈ, ਤੇ ਤੀਜਾ ਇਹ ਸ਼ਬਦ ਤੇ ਨਾਮ ਮਿਲਣਾ ਕਿੱਥੋਂ ਹੈ? ਸਤਿਗੁਰੂ ਤੋਂ। ਬਿਨ ਸਤਿਗੁਰੂ ਨਾਉ ਨਾ ਪਾਈ ਹੈ। ਬੁੱਝੋ ਕਰ ਵਿਚਾਰ। ਧਿਆਨ ਨਾਲ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਜੇ ਨਾ, ਤੇ ਸਤ ਸੰਗਤ ਵਿੱਚ ਬੈਠ ਕੇ ਵਿਚਾਰ ਕਰੋ ਕਿ ਵਾਕਈ ਜੇ ਸ਼ਬਦ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਗੁਰੂ ਦੇ ਕੋਲ ਜਾ ਕੇ ਬੈਠ ਜਾਓ। ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਵੀ ਵੱਡਿਆਂ ਭਾਗਾਂ ਦੇ ਨਾਲ ਇਹ ਜਿਹੜਾ ਸ਼ਬਦ ਹੈ ਪ੍ਰਮਾਤਮਾ ਦਾ ਨਾਮ ਹੈ ਤੇ ਸਤਿਗੁਰੂ ਹੈ ਨਾ, ਇਹ ਬੜੇ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ। ਆਉਣ ਨੂੰ ਤੇ ਸਾਰੇ ਹੀ ਆ ਜਾਂਦੇ ਨੇ ਗੁਰਦੁਆਰੇ, ਆਉਣ ਨੂੰ ਤੇ ਸਾਰੇ ਮੰਦਿਰ ਮਸਜਿਦਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ, ਧਾਰਮਿਕ ਸਥਾਨਾਂ ਤੇ ਜਾ ਕੇ ਭੀੜਾਂ ਦੀਆਂ ਭੀੜਾਂ ਲੱਗੀਆਂ ਹੁੰਦੀਆਂ ਨੇ, ਪਰ ਪ੍ਰਾਪਤ ਕਿਹਨੂੰ ਹੁੰਦਾ ਹੈ? ਕੇਵਲ ਜਿਹਦੇ ਵੱਡੇ ਭਾਗ ਨੇ, ਜਿਹਨੇ ਆਪਣੇ ਕਰਮ ਚੰਗੇ ਬਣਾਏ ਹੋਣ, ਜਿਹੜਾ ਘਰ ਵੀ ਸਦਾ ਸਤਨਾਮ ਸ੍ਰੀ ਵਾਹਿਗੁਰੂ ਜਪੇ, ਜਿਹੜਾ ਰਸੋਈ ਵਿੱਚ ਵੀ ਸਤਨਾਮ ਸ੍ਰੀ ਵਾਹਿਗੁਰੂ ਜਪੇ, ਜਿਹੜਾ ਦੁਕਾਨ ਵਿੱਚ ਬੈਠਾ ਹੋਇਆ ਵੀ ਸਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ, ਉਹ ਤੋਲਦਿਆਂ, ਉਹ ਵਟਦਿਆਂ ਵਟਾਉਂਦਿਆਂ ਸਭ ਕੁਝ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰੇ, ਬੇਈਮਾਨੀ ਨਾ ਕਰੇ, ਸਦਾ ਉਹਦੇ ਸਿਮਰਨ ਵਿੱਚ ਜੁੜਿਆ ਰਹੇ, ਤੇ ਫਿਰ ਵੱਡੇ ਭਾਗ ਬਣ ਜਾਂਦੇ ਨੇ। ਨਾਨਕ ਪੂਰਾ ਭਾਗ ਸਤਿਗੁਰ ਮਿਲੈ। ਇਹ ਸਤਿਗੁਰੂ ਜਿਹੜਾ ਹੈ ਨਾ, ਇਹ ਪੂਰੇ ਭਾਗਾਂ ਦੇ ਨਾਲ, ਭਾਵ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਸੁਖ ਪਾਏ ਜੁਗ ਚਾਰ, ਤੇ ਫਿਰ ਹੋਏਗਾ ਕਿ ਚਾਰੇ ਯੁੱਗ, ਇੱਕ ਯੁੱਗ ਨਹੀਂ ਚਾਰੇ ਯੁੱਗ ਹੀ ਫਿਰ ਸੁੱਖ ਹੀ ਸੁੱਖ ਮਿਲਣਗੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਮਹੱਲਾ ਤੀਜਾ, ਇਹ ਦੂਜਾ ਸ਼ਲੋਕ ਹੈ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗੁਰੂ ਸਾਹਿਬ ਕਹਿੰਦੇ ਇਹ ਨਹੀਂ ਕਿ ਮਨੁੱਖ ਜਵਾਨ ਹੈ ਤੇ ਆਖੇ ਕਿ ਭਾਈ ਜਵਾਨੀ ਵਿੱਚ ਤੇ ਤ੍ਰਿਸ਼ਨਾ ਜਿਹੜੀ ਆ ਉਹ ਮਨ ਵਿੱਚ ਭਟਕਦੀ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਕੇਵਲ ਜਵਾਨੀ ਵਾਲਾ ਹੀ ਨਹੀਂ, ਬੁਢੇਪੇ ਵਿੱਚ ਵੀ ਮਨੁੱਖ ਨੂੰ ਤ੍ਰਿਸ਼ਨਾ ਸਤਾਉਂਦੀ ਹੈ। ਕਿਉਂਕਿ ਜਵਾਨੀ ਵਿੱਚ ਆਪਣੇ ਬਾਲ ਬੱਚਿਆਂ ਲਈ, ਤੇ ਬੁਢੇਪੇ ਵਿੱਚ, ਜਵਾਨੀ ਵਿੱਚ ਆਪਣੇ ਲਈ ਤੇ ਬੁਢੇਪੇ ਵਿੱਚ ਆਪਣੇ ਬਾਲ ਬੱਚਿਆਂ ਵਾਸਤੇ ਇਹ ਸਦਾ ਹੀ ਤ੍ਰਿਸ਼ਨਾ ਵਿੱਚ ਦੌੜਾ ਫਿਰਦਾ ਕਿ ਮੈਂ ਮਾਇਆ ਇਕੱਠੀ ਕਰ ਲਵਾਂ, ਮਾਇਆ ਦੇ ਮੋਹ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮਾਇਆ ਤੇ ਹੈ ਹੀ ਡੰਗ ਦੀ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ। ਦੂਜੀ ਮੋਹਰ ਲਾਈ ਹੈ ਕਿ ਖਾਦੇ ਮਨਮੁਖ ਹੀ ਜਾਂਦੇ ਨੇ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ। ਇਹ ਮੋਹਰ ਜ਼ਰੂਰ ਲਾਈ ਹੈ
ਗੁਰੂ ਸਾਹਿਬ ਕਹਿ ਰਹੇ ਨੇ ਕਿ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਇੱਥੇ ਮਨਮੁਖ ਸ਼ਬਦ ਆ ਗਿਆ ਨਾ। ਮਾਇਆ ਜਿਹੜੀ ਹੈ ਮਨਮੁਖ ਨੂੰ ਠੱਗਦੀ ਹੈ। ਗੁਰਮੁਖ ਦੀ ਤੇ ਇਹ ਦਾਸੀ ਬਣ ਜਾਂਦੀ ਹੈ, ਸੇਵਾ ਕਰਦੀ ਹੈ ਪਿੱਛੇ ਪਿੱਛੇ। ਜਿਹੜਾ ਗੁਰਮੁਖ ਹੈ ਨਾ, ਜਿਹਨੇ ਗੁਰੂ ਵੱਲ ਨੂੰ ਮੁਖ ਕਰ ਲਿਆ, ਇਹ ਮਾਇਆ ਉਹਦੇ ਪਿੱਛੇ ਪਿੱਛੇ ਦੌੜੀ ਫਿਰਦੀ ਹੈ। ਹੁਣ ਵੇਖੋ, ਜਦੋਂ ਵੀ ਅਸੀਂ ਚੱਲਦੇ ਆ ਨਾ, ਤੇ ਜਦੋਂ ਸਾਡਾ ਫੇਸ ਜਿਹੜਾ ਹੈ, ਚਿਹਰਾ ਜਿਹੜਾ ਹੈ, ਉਹ ਸੂਰਜ ਵੱਲ ਨੂੰ ਹੋਵੇ ਤੇ ਪਰਛਾਵਾਂ ਸਾਡੇ ਪਿੱਛੇ ਪਿੱਛੇ ਚੱਲਦਾ। ਤੇ ਜੇ ਸੂਰਜ ਵੱਲ ਨੂੰ ਅਸੀਂ ਪਿੱਠ ਕਰ ਲਈਏ ਨਾ, ਤੇ ਪਰਛਾਵਾਂ ਸਾਡੇ ਸਾਹਮਣੇ ਆ ਜਾਂਦਾ। ਕਦੀ ਵੀ ਅਸੀਂ ਆਪਣੇ ਪਰਛਾਵੇਂ ਨੂੰ ਫੜ ਨਹੀਂ ਸਕਾਂਗੇ। 2 ਕਦਮ ਅੱਗੇ ਚੱਲੀਏ ਤੇ ਪਰਛਾਵਾਂ ਅੱਗੇ, 2 ਕਦਮ ਹੋਰ ਚੱਲੀਏ ਪਰਛਾਵਾਂ ਹੋਰ ਅੱਗੇ। ਜੇ ਸਾਡਾ ਮੁਖ ਗੁਰੂ ਵੱਲ ਨੂੰ ਹੈ ਤੇ ਮਾਇਆ ਜਿਹੜੀ ਉਹ ਪਿੱਛੇ ਦਾਸੀ ਹੋ ਕੇ ਪਿੱਛੇ ਪਿੱਛੇ ਤੁਰੀ ਆਵੇਗੀ। ਤੇ ਜੇ ਸਾਡਾ ਮੁਖ ਭਾਵੇਂ ਮੁਖ ਸਾਹਮਣੇ ਹੋਵੇ, ਫਿਰ ਬੇਨਤੀ ਕਰਾਂ, ਕੇਵਲ ਸਰੀਰ ਦੀ ਬਨਾਵਟ ਦੀ ਗੱਲ ਨਹੀਂ ਹੈ ਇੱਥੇ ਗੱਲ ਹੈ ਮਨ ਦੀ। ਜੇ ਤੁਹਾਡਾ ਮਨ ਗੁਰੂ ਵੱਲ ਨੂੰ ਹੈ, ਜੇ ਤੁਹਾਡਾ ਮੁਖ ਗੁਰੂ ਵੱਲ ਨੂੰ ਹੈ, ਭਾਵ ਤੁਸੀਂ ਗੁਰੂ ਅਨੁਸਾਰੀ ਹੋ ਕੇ ਜੀਵਨ ਜਿਉਂਦੇ ਜੇ, ਫਿਰ ਮਾਇਆ ਜਿਹੜੀ ਪਿੱਛੇ ਪਿੱਛੇ ਹੈ। ਤੇ ਜੇ ਪਿੱਠ ਕਰ ਲਵੀ, ਸਾਹਮਣੇ ਖਲੋ ਕੇ ਵੀ ਧਨ ਹੀ ਮੰਗੀ ਗਏ, ਮਾਇਆ ਹੀ ਮੰਗੀ ਗਏ, ਸੁੱਖ ਹੀ ਮੰਗੀ ਗਏ, ਤੇ ਫਿਰ ਉਹ ਸੁੱਖ ਤੇ ਮਿਲਣਗੇ, ਪਰ ਉਹ ਦੌੜ ਦੌੜ ਕੇ। ਫਿਰ ਉਹ ਚਿੰਤਾਵਾਂ, ਉਹ ਫਿਕਰ, ਉਹ ਝੌਰੇ ਸਭ ਕੁਝ ਸਾਡੀ ਜ਼ਿੰਦਗੀ ਵਿੱਚ ਆਉਣਗੇ। ਪਰ ਜੇ ਸਾਡਾ ਮੁੱਖ ਗੁਰੂ ਵੱਲ ਨੂੰ ਹੋ ਗਿਆ, ਫਿਰ ਉਹ ਸਭ ਕੁਝ ਪਿੱਛੇ ਰਹਿ ਜਾਵੇਗਾ, ਉਪਰਾਮ ਹੋ ਜਾਵਾਂਗੇ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ, ਇਹ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਮਨਮੁਖ ਨੂੰ ਆਉਂਦੀ ਹੈ, ਭਾਵੇਂ ਉਹ ਜਵਾਨ ਹੋਵੇ ਤੇ ਚਾਹੇ ਉਹ ਬੁਢੇਪੇ ਵਿੱਚ ਹੋਵੇ। ਜਦੋਂ ਇਹ ਆਪਣਾ ਮੁਖ ਜਿਹੜਾ ਹੈ ਨਾ, ਮਨ ਜਿਹੜਾ ਹੈ, ਉਹ ਆਪਣੇ ਗੁਰੂ ਤੋਂ ਪਾਸੇ ਕਰਕੇ ਤੇ ਆਪਣੀ ਮਤ ਅਨੁਸਾਰ ਚੱਲਦਾ ਹੈ, ਤੇ ਫਿਰ ਇਸ ਸੰਸਾਰ ਦੇ ਉੱਤੇ ਇਹ ਤ੍ਰਿਸ਼ਨਾ ਜਿਹੜੀ ਹੈ ਇਹਨੂੰ ਸਤਾਉਂਦੀ ਹੈ, ਫਿਰ ਇਹ ਕਦੇ ਜਾਂਦੀ ਨਹੀਂ। ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਹੁਣ ਮਨਮੁਖ ਜਿਹੜਾ ਹੈ ਉਹਦੀ ਤ੍ਰਿਸ਼ਨਾ ਨਹੀਂ ਜਾਂਦੀ। ਜਿਹੜਾ ਗੁਰਮੁਖ ਹੈ ਨਾ, ਉਹ ਸਦਾ ਸ਼ਬਦ ਵਿੱਚ ਰਤਿਆ ਰਹਿੰਦਾ। ਉਹ ਸਦਾ ਵਾਹਿਗੁਰੂ ਵਾਹਿਗੁਰੂ ਕਰਦਾ, ਸਦਾ ਜਪ ਪੜ੍ਹਦਾ, ਸਦਾ ਜਾਪ ਪੜ੍ਹਦਾ, ਸਦਾ ਸਵਈਏ ਪੜ੍ਹਦਾ, ਉਹ ਸਦਾ ਸੁਖਮਣੀ ਕਰਦਾ। ਉੱਠਦਿਆਂ ਬੈਠਦਿਆਂ ਉਹ ਨਾਮ ਹੀ ਧਿਆਉਂਦਾ ਰਹਿੰਦਾ। ਹੱਥ ਵਿੱਚ ਤੱਕੜੀ ਲਿਆ ਵੀ, ਤੋਲਿਆਂ ਤੋਲਿਆਂ ਵੀ ਉਹ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਕੋਈ ਵੀ ਕਰਮ ਕਰਦਾ ਨਾ, ਉਹਦੇ ਮੁੱਖ ਉੱਤੇ ਫਿਰ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ। ਉਹ ਬਾਣੀ ਪੜ੍ਹਦਾ ਰਹਿੰਦਾ। ਤੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਸ਼ਬਦੇ ਰਤਿਆ। ਉਹ ਸ਼ਬਦ ਵਿੱਚ ਰਤੇ, ਭਾਵ ਉਹਨਾਂ ਦਾ ਹਿਰਦਾ ਸ਼ਬਦ ਦੇ ਨਾਲ ਭਰਿਆ ਰਹਿੰਦਾ। ਸੀਤਲ ਹੋਏ, ਐਨ ਸ਼ਾਂਤ ਹੋ ਜਾਂਦੇ ਨੇ। ਫਿਰ ਆਪ ਗਵਾਏ, ਪਰ ਸਭ ਤੋਂ ਪਹਿਲਾਂ ਫਿਰ ਆਪਾ ਗਵਾਉਣਾ ਪੈਂਦਾ। ਮੈਂ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਫਿਰ ਉਹ ਮੈਂ ਵਾਲੀ ਜਿਹੜੀ ਹੈ ਬੋਲ, ਉਹ ਛੱਡ ਦਿੰਦਾ ਏ। ਫਿਰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੀ ਧੁਨ ਆਰਾਪਦਾ ਹੈ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਫਿਰ ਉਹਦਾ ਅੰਦਰ ਜਿਹੜਾ ਨਾ ਐਨ ਭਰ ਜਾਂਦਾ, ਉਹ ਸੰਤੋਖ ਵਿੱਚ ਫਿਰ ਰੱਜ ਜਾਂਦਾ। ਫਿਰ ਉਹਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ, ਫਿਰ ਉਹਨੂੰ ਨਾਮ ਦੀ ਭੁੱਖ ਲੱਗਦੀ ਏ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਉਹ ਤੇ ਫਿਰ ਤਾਂਗ ਰੱਖਦਾ ਏ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ। ਇਹ ਮੇਰੇ ਪ੍ਰੀਤਮ, ਹੁਣ ਕਦੋਂ ਮਿਲਾਪ ਹੋਵੇਗਾ ਤੇਰੇ ਤੋਂ? ਤਾਂ ਮੈਂ ਇੱਕ ਘੜੀ ਵਿਛੜ ਜਾਵਾਂ ਤੇ ਮੇਰਾ ਜੀ ਨਹੀਂ ਲੱਗਦਾ, ਮੇਰਾ ਮਨ ਨਹੀਂ ਟਿਕਦਾ। ਸੰਤੋਖੀ ਹੋਈ, ਰੱਜੀ ਹੋਈ ਰੂਹ ਜਿਹੜੀ ਹੈ ਨਾ, ਉਹ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਉਹਨੂੰ ਮਾਇਆ ਦੀ ਫਿਰ ਤ੍ਰਿਸ਼ਨਾ ਨਹੀਂ ਰਹਿੰਦੀ, ਮਾਇਆ ਦੀ ਭੁੱਖ ਵਿੱਚ ਉਹ ਤੜਫਦਾ ਨਹੀਂ। ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਜਿਹੜਾ ਗੁਰਮੁਖ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਖ ਰਹੇ ਨੇ ਕਿ ਜਿਹੜਾ ਗੁਰਮੁਖ ਉਹਦੇ ਦਰ ਉੱਤੇ ਨਾਮ ਜਪਦਾ ਹੋਇਆ ਪ੍ਰਵਾਨ ਹੋ ਗਿਆ ਨਾ, ਉਹ ਜੋ ਕਹਿੰਦਾ ਹੈ ਫਿਰ ਉਹੀ ਪੂਰਾ ਹੁੰਦਾ। ਜੋ ਉਹਦੇ ਬੋਲ ਵਿੱਚੋਂ ਨਿਕਲ ਆਇਆ ਨਾ, ਜੋ ਉਹਦੇ ਮੁਖ ਵਿੱਚੋਂ ਨਿਕਲ ਆਇਆ, ਉਹ ਫਿਰ ਪੂਰਾ ਹੋ ਜਾਂਦਾ। ਉਹ ਕਦੇ ਘਟਦਾ ਨਹੀਂ, ਕਦੇ ਉਸ ਪਰਮਾਤਮਾ ਤੋਂ ਉਹਨੂੰ ਨਾਂਹ ਨਹੀਂ ਹੁੰਦੀ। ਉਹ ਸਦਾ ਹੀ ਆਪਣੀ ਲਿਵ ਜਿਹੜੀ ਹੈ ਨਾਮ ਵਿੱਚ ਜੋੜੀ ਰੱਖਦਾ। ਜੋ ਨਾਮ ਰਹੇ ਲਿਵ ਲਾਏ। ਇਹ ਪੂਰਾ ਕਿੱਥੋਂ ਹੁੰਦਾ ਹੈ? ਜਿਹਨੇ ਹਿਰਦੇ ਵਿੱਚ ਨਾਮ ਵਸਾ ਲਿਆ।
ਜੋ ਨਾਮ ਰਹਿ ਲਿਵ ਲਾਏ, ਜਿਹਨੇ ਲਿਵ ਲਾ ਲਈ ਨਾਮ ਦੇ ਵਿੱਚ। ਪੌੜੀ, ਇਹ 2 ਸ਼ਲੋਕ ਸਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ। ਹੁਣ ਪੌੜੀ ਜਿਹੜੀ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਇਹ ਸੋਰਠ ਰਾਗ ਵਿੱਚ ਜਿਹੜੀ ਵਾਰ ਸੀ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਚੌਥੇ ਪਾਤਸ਼ਾਹ ਜੀ ਦੀ। ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਆਖ ਰਹੇ ਨੇ ਕਿ ਭਲਿਆ ਜਿਹੜਾ ਤੇ ਜਪਦਾ ਨਾਮ, ਜਿਹੜਾ ਤੇ ਕਰਦਾ ਸਿਮਰਨ, ਜਿਹੜਾ ਤੇ ਸਦਾ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ, ਮੈਂ ਉਹਨਾਂ ਤੋਂ ਬਲਿਹਾਰੇ ਜਾਨਾ। ਹਉ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾਂ। ਜਿਨ੍ਹਾਂ ਨੇ ਗੁਰੂ ਵੱਲ ਨੂੰ ਮੁੱਖ ਕਰਕੇ ਸਿੱਖਿਆ ਲਈ ਹੈ ਨਾ, ਮੈਂ ਉਹਨਾਂ ਤੋਂ ਬਲਿਹਾਰਨੇ ਜਾਨਾ, ਸਦਕੇ ਜਾਨਾ। ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿੱਖਾਂ। ਕਮਾਲ ਹੈ ਨਾ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਰੱਖਦਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ। ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿੱਖਾਂ, ਮੈਂ ਉਹਨਾਂ ਦੇ ਦਰਸ਼ਨ ਵੇਖਣਾ ਚਾਹੁੰਦਾ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਹੜੇ ਹਰੀ ਦਾ ਨਾਮ ਜਪਦੇ ਨੇ, ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਜਿਹੜੇ ਕੀਰਤਨ ਸੁਣਦੇ ਨੇ, ਭਾਵ ਪਰਮਾਤਮਾ ਦੀ ਬੰਦਗੀ, ਗੁਰ ਸ਼ਬਦ ਨੂੰ ਸੁਣਦੇ ਨੇ। ਗੁਣ ਰਵਾਂ, ਜਿਹੜੇ ਉਹਦੇ ਗੁਣਾਂ ਨੂੰ ਗਾਉਂਦੇ ਨੇ। ਹਰ ਜਸ ਮਨ ਲਿਖਾ, ਜਿਹੜੇ ਹਰੀ ਦਾ ਜਸ ਆਪਣੇ ਮਨ ਉੱਤੇ ਲਿਖ ਲੈਂਦੇ ਨੇ। ਫਿਰ ਧਿਆਨ ਦੇਣਾ, ਗੱਲ ਇੱਥੇ ਮਨ ਦੀ ਹੈ। ਜਿੱਥੇ ਤਨ ਦੀ ਗੱਲ ਕੀਤੀ ਉੱਥੇ ਤਨ ਦੀ ਵੀ ਆਈ ਹੈ, ਪਰ ਜ਼ਿਆਦਾ ਜਿਹੜਾ ਵਾ ਉਹ ਮਨ ਦੀ ਗੱਲ ਕੀਤੀ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਦੀ ਗੱਲ ਕੀਤੀ ਹੈ। ਤਨ ਬਿੰਸ ਜਾਣਾ, ਮਨ ਸਦਾ ਸਥਿਰ ਹੈ। ਤੇ ਗੁਰੂ ਸਾਹਿਬ ਤਾਂ ਹੀ ਬਾਰ-ਬਾਰ ਮਨ ਦੀ ਉਦਾਹਰਨ ਦੇ ਕੇ ਕਿ ਇਹ ਭਲਿਆ ਮਤਾਂ ਇਹ ਸੋਚ ਲਈ, ਕਿਉਂਕਿ ਤਨ ਕਰਕੇ ਅਸੀਂ ਸਾਰੇ ਆਉਂਦੇ ਹਾਂ। ਜਿਸ ਦਿਨ ਮਨ ਕਰਕੇ ਆ ਗਏ ਤੇ ਫਿਰ ਮਨ ਵਿੱਚ ਜਿਹੜਾ ਵਾ ਉਹ ਪਰਮਾਤਮਾ ਦਾ ਨਾਮ ਵਸੇਗਾ। ਇਸ ਕਰਕੇ ਗੁਰੂ ਸਾਹਿਬ ਬਾਰ-ਬਾਰ ਇਹ ਗੱਲ ਆਖ ਰਹੇ ਨੇ। ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਆਖ ਰਹੇ ਨੇ, ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ। ਮਨ ਉੱਤੇ ਨਾਮ ਉਕਰਿਆ ਜਾਏਗਾ, ਮਨ ਉੱਤੇ ਉਹਦੇ ਹਰ ਦਾ ਜਸ ਜਿਹੜਾ ਵਸ ਜਾਵੇਗਾ। ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ। ਤੇ ਜਿਹੜਾ ਉਹਦੀ ਸਿਫਤ ਸਲਾਹ ਕਰਦਾ, ਨਾਮ ਵਸਾ ਕੇ ਨਾ ਹਿਰਦੇ ਘਰ ਵਿੱਚ, ਫਿਰ ਉਹਦੇ ਜਿੰਨੇ ਪਾਪ ਹਨ ਕਿਲ ਵਿਖ ਕ੍ਰਿਖਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹ। ਐਨ ਕਾਲਾ ਕੋਇਲੇ ਦੀ ਤਰ੍ਹਾਂ, ਜਿੰਨਾ ਮਰਜ਼ੀ ਧੋ ਲਈਏ ਪਰ ਉਹ ਚਿੱਟਾ ਨਹੀਂ ਹੁੰਦਾ, ਉਹਦੀ ਕਾਲਖ ਨਹੀਂ ਜਾਂਦੀ। ਕਾਲਖ ਕਦੋਂ ਜਾਂਦੀ ਹੈ? ਕੋਇਲੇ ਦੀ ਕਾਲਖ ਉਦੋਂ ਜਾਂਦੀ ਹੈ ਜਦੋਂ ਉਹ ਮੂਲ ਆਪਣੇ ਨਾਲ ਜੁੜ ਜਾਵੇ, ਭਾਵ ਅੱਗ ਦੇ ਵਿੱਚੋਂ ਨਿਕਲਿਆ। ਭਾਈ ਵੀਰ ਸਿੰਘ ਜੀ ਕਹਿੰਦੇ ਜਿਹੜਾ ਕੋਇਲਾ ਨਾ, ਮੈਂ ਇਹਨੂੰ ਦੁੱਧ ਵਿੱਚ ਵੀ ਧੋ ਲਿਆ, ਪਾਣੀ ਪਾ ਪਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਮੈਂ ਇਹਨੂੰ ਧੋ ਕੇ ਥੱਕ ਗਿਆ, ਇਹਨੇ ਆਪਣਾ ਰੂਪ ਨਹੀਂ ਵਟਾਇਆ। ਪਰ ਅਖੀਰ ਮੈਂ ਇਹਨੂੰ ਨਾ ਇਹਦੇ ਮੂਲ, ਭਾਵ ਜਿੱਥੋਂ ਇਹ ਟੁੱਟ ਕੇ ਆਇਆ ਸੀ, ਇਹਨੂੰ ਅੱਗ ਦੇ ਵਿੱਚ ਰੱਖਿਆ ਤੇ ਇਹਦਾ ਰੂਪ ਬਦਲ ਗਿਆ, ਭਾਵ ਉਹ ਕਾਲੇ ਤੋਂ ਲਾਲ ਹੋ ਗਿਆ। ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਇਸ ਮਨ ਦੇ ਉੱਤੇ ਐਨ ਕਾਲੀ ਕਾਲਖ ਹੈ, ਜਨਮਾਂ ਜਮਾਂਤਰਾਂ ਦੀ ਚੜੀ ਹੋਈ ਕਾਲਖ ਹੈ। ਤੇ ਲੱਥੇ ਕੀ ਕਿੱਦਾਂ? ਹਰ ਨਾਮ ਸਲਾਹੀ ਰੰਗ ਸਿਉ। ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਦਾ ਰੰਗ ਜਿਹੜਾ ਹੈ ਨਾ, ਜਦੋਂ ਆਪਣੇ ਮਨ ਉੱਤੇ ਚੜ੍ਹੇਗਾ, ਫਿਰ ਸਭ ਕਿਲ ਵਿਖ ਕ੍ਰਿਖਾ, ਇਹ ਸਾਰੀ ਦੀ ਸਾਰੀ ਕਾਲਖ ਖਤਮ ਹੋ ਜਾਵੇਗੀ। ਤੇ ਅਖੀਰ ਸਤਿਗੁਰੂ ਜੀ ਆਖ ਰਹੇ ਨੇ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਉਹ ਸਰੀਰ ਧਨ ਹੈ, ਸੋਹਣਾ ਹੈ, ਜਿਹੜਾ ਮਨੁੱਖ ਇਸ ਧਰਤੀ ਤੇ ਆ ਕੇ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ। ਉਹ ਸਰੀਰ ਸੋਹਣਾ ਹੈ, ਸੁਹਾਵਣਾ ਹੈ। ਜਿਸ ਸਰੀਰ ਨੂੰ ਸਤਿਗੁਰੂ ਪ੍ਰਵਾਨ ਕਰ ਲਵੇ ਤੇ ਆਪ ਆਪਣੇ ਸੋਹਣੇ ਚਰਨ ਜਿਹੜੇ ਨੇ ਉਹਦੇ ਹਿਰਦੇ ਵਿੱਚ, ਜਿੱਥੇ
ਮੇਰਾ ਗੁਰ ਧਰੇ ਵਿਖਾ। ਜਿੱਥੇ ਮੇਰਾ ਗੁਰੂ ਆਪਣੇ ਸੋਹਣੇ ਚਰਨ ਧਰ ਲੈਂਦਾ ਹੈ, ਉਹ ਹਿਰਦਾ ਫਿਰ ਸ਼ੁੱਧ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ। ਅੱਜ ਦਾ ਇਹ ਪਾਵਨ ਹੁਕਮ ਬਖਸ਼ਿਸ਼ ਰੂਪ ਵਿੱਚ ਸਾਡੀ ਝੋਲੀ ਵਿੱਚ ਪਾਇਆ। ਅਖੀਰ ਮੈਂ ਫਿਰ ਆਪ ਜੀ ਦੇ ਅੱਗੇ ਬੇਨਤੀ ਕਰਾਂ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 2 ਸ਼ਲੋਕ ਤੇ ਇਹ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਦੋਨਾਂ ਦੇ ਅੰਦਰ ਇਹ ਜ਼ਿਕਰ ਹੈ ਕਿ ਭਾਈ ਸਭ ਤੋਂ ਉੱਤਮ ਨਾਮ ਹੈ। ਸ਼ਬਦ ਦੇ ਰਾਹੀਂ ਨਾਮ ਜਪਿਆ ਜਾਂਦਾ ਤੇ ਸ਼ਬਦ ਜਿਹੜਾ ਹੈ ਉਹ ਗੁਰੂ ਹੈ। ਇਹ ਸ਼ਬਦ ਤੇ ਨਾਮ ਕੇਵਲ ਗੁਰੂ, ਪੂਰਾ ਗੁਰੂ ਹੀ ਦੇ ਸਕਦਾ ਹੈ। ਤੇ ਜਿਹੜਾ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਗਿਆ, ਪੂਰੇ ਗੁਰੂ ਦੇ ਕੋਲ ਆ ਕੇ ਢੁਕ ਗਿਆ, ਬੈਠ ਗਿਆ, ਭਾਈ ਗੁਰਸਿੱਖੋ, ਉਹਦਾ ਆਇਆ ਹੋਇਆ ਪ੍ਰਵਾਨ ਹੋ ਜਾਵੇਗਾ। ਗੁਰੂ ਉਹਨੂੰ ਆਪਣੇ ਵਿੱਚ ਆਪਾ ਮਿਲਾ ਕੇ ਆਪਣੇ ਨਾਲ ਜੋੜ ਲਵੇਗਾ। ਫਿਰ ਸਤਿਗੁਰੂ ਜੀ ਉਹਦੇ ਤੋਂ ਬਲਿਹਾਰਨੇ ਜਾਂਦੇ ਹਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।